ਦਾ ਅੱਜ ਦੀ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਉੱਪਰ ਬਹੁਤ-ਬਹੁਤ ਤੁਹਾਡਾ ਧੰਨਵਾਦ। ਜੀ ਆਇਆਂ ਨੂੰ। ਅੱਜ ਜਿਸ ਇਸ਼ੂ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਣਿਆ ਨੂੰ 7 ਮਹੀਨੇ ਪੂਰੇ ਹੋ ਚੁੱਕੇ ਨੇ। ਉਹ 7 ਮਹੀਨੇ ਜਿਨ੍ਹਾਂ ਦੀ ਸ਼ੁਰੂਆਤ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਖਟਕੜ ਕਲਾਂ ਤੋਂ ਉੱਥੋਂ ਦੀ ਪਵਿੱਤਰ ਮਿੱਟੀ ਨੂੰ ਆਪਣੇ ਮੱਥੇ ਦੇ ਨਾਲ ਲਾ ਕੇ ਸ਼ੁਰੂਆਤ ਕੀਤੀ ਸੀਗੀ 16 ਮਾਰਚ ਨੂੰ, ਤੇ ਅੱਜ 7 ਮਹੀਨੇ ਪੂਰੇ ਹੋਣ ਉਪਰੰਤ ਉਹਨਾਂ ਦੀਆਂ ਸਰਕਾਰ ਦੀਆਂ ਉਪਲਬਧੀਆਂ ਜਿਹੜੀਆਂ ਕਿ ਬੇਇੰਤਹਾ ਨੇ, ਉਹਨਾਂ ਨੂੰ ਤੁਹਾਡੇ ਔਰ ਤੁਹਾਡੇ ਜ਼ਰੀਏ ਪੰਜਾਬ ਦੇ ਸਨਮੁਖ ਰੱਖਣ ਦੇ ਲਈ ਅੱਜ ਤੁਹਾਡੇ ਰੂਬਰੂ ਹੋ ਰਹੇ ਹਾਂ। ਸਾਥੀਓ, ਪਿਛਲੇ 70 ਸਾਲਾਂ ਦੇ ਵਿੱਚ ਜੋ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਹੈਗਾ, ਤੇ ਉਸ ਦਾ ਖਮਿਆਜ਼ਾ ਵੱਡੀਆਂ ਰਵਾਇਤੀ ਪਾਰਟੀਆਂ ਤੇ ਵੱਡੇ ਧੁਰੰਦਰ ਜਿਹੜੇ ਆਪਣੇ ਆਪ ਨੂੰ ਪੰਜਾਬ ਦਾ ਰਹਿਬਰ ਕਿਹਾ ਕਰਦੇ ਸੀਗੇ, ਚਾਹੇ ਉਹ ਅਕਾਲੀ ਦਲ ਦੇ ਸੀ, ਕਾਂਗਰਸ ਦੇ ਸੀ, ਬੀਜੇਪੀ ਦੇ ਸੀ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਧੂੜ ਚਟਾ ਦਿੱਤੀ ਉਹਨਾਂ ਧੁਰੰਦਰਾਂ ਨੂੰ। ਉਸ ਤੋਂ ਬਾਅਦ ਮਾਨ ਸਾਹਿਬ ਦੀ ਪਾਰੀ ਦੀ ਸ਼ੁਰੂਆਤ ਹੋਈ, ਤੇ ਅੱਜ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ 7 ਮਹੀਨਿਆਂ ਦੇ ਵਿੱਚ ਅਚੀਵਮੈਂਟਸ ਦੀ ਝੜੀ ਹੈ ਜਿਹੜੀ ਉਹ ਲੱਗੀ ਹੋਈ ਹੈ। ਅੱਜ ਸਭ ਤੋਂ ਵੱਡੀ ਅਚੀਵਮੈਂਟ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਦੀ ਔਰ ਉਹਨਾਂ ਦੀ ਸਰਕਾਰ ਦੀ ਇਹ ਹੈ ਕਿ ਜਿਹੜਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਪਰਪੱਕ ਹੋ ਚੁੱਕੀ ਸੀਗੀ, ਘਰ ਕਰ ਚੁੱਕੀ ਸੀਗੀ ਕਿ ਕੋਈ ਰਾਜਨੀਤਿਕ ਪਾਰਟੀ, ਕੋਈ ਸਰਕਾਰ, ਕੋਈ ਲੀਡਰ ਇਮਾਨਦਾਰ ਹੀ ਨਹੀਂ ਹੋ ਸਕਦਾ ਹੈਗਾ। ਉਸ ਧੱਬੇ ਨੂੰ, ਉਸ ਦਾਗ ਨੂੰ ਮਟੇਣ ਦੇ ਵਿੱਚ ਭਗਵੰਤ ਮਾਨ ਜੀ ਔਰ ਉਹਨਾਂ ਦੀ ਸਰਕਾਰ 100% ਕਾਮਯਾਬ ਹੋਈ ਹੈ। ਇਹ ਪਹਿਲੀ ਵਾਰੀ ਹੋਇਆ ਕਿ ਐਂਟੀ ਕਰਪਸ਼ਨ ਹੈਲਪਲਾਈਨ ਦੀ ਇੱਕ ਨੰਬਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ, ਤੇ ਉਹਦੇ ਉੱਪਰ ਲੱਖਾਂ ਕੰਪਲੇਂਟਸ ਨੇ ਜਿਹੜੀਆਂ ਉਹ ਆਈਆਂ ਨੇ, ਉਹਨਾਂ ਦੇ ਉੱਪਰ ਕੰਮ ਹੋਇਆ ਕੱਲੀ ਕੰਪਲੇਂਟ ਦੇ ਉੱਪਰ। ਤੇ ਅੱਜ 212 ਭ੍ਰਿਸ਼ਟਾਚਾਰੀ, ਚਾਹੇ ਉਹ ਕੋਈ ਸਿਆਸਤਦਾਨ ਸੀ, ਐਕਸ ਐਮਐਲਏ, ਐਕਸ ਮੰਤਰੀ ਸੀ, ਚਾਹੇ ਉਹ ਕੋਈ ਅਫਸਰ ਸੀ, ਚਾਹੇ ਕੋਈ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਜਿਹੜਾ ਵੀ ਕੋਈ ਭ੍ਰਿਸ਼ਟਾਚਾਰੀ ਜਿਹੜੇ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਨੂੰ ਲੁੱਟਣ ਕੀਤੀ, ਉਹ ਅੱਜ 212 ਤੋਂ ਵੀ ਵੱਧ ਨੇ ਜਿਹੜੇ ਉਹ ਪੰਜਾਬ ਦੇ ਜੇਲ੍ਹਾਂ ਦੀਆਂ ਹਵਾ ਜਿਹੜੀਆਂ ਉਹ ਖਾ ਰਹੇ ਨੇ। ਇਸੇ ਤਰੀਕੇ ਦੇ ਨਾਲ ਸਾਥੀਓ, ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਤਾਂ ਦੇਖਿਆ ਸੁਣਿਆ ਹੋਵੇਗਾ ਕਿ ਲੀਡਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੈਸੇ ਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਲੁੱਟ ਕੇ ਆਪ ਦਾ ਘਰ ਭਰਦੇ ਨੇ। ਪਰ ਇਹਨਾਂ 7 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਦੇ ਤਹਿਤ ਇਹ ਪਹਿਲੀ ਵਾਰੀ ਹੋਇਆ ਕਿ ਲੀਡਰਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਇਆ ਗਿਆ ਹੋਵੇ। ਤੁਹਾਡੇ ਯਾਦ ਹੋਏਗਾ, ਇੱਕ ਐਮਐਲਏ ਇੱਕ ਪੈਨਸ਼ਨ, ਅਸੀਂ ਚੋਣਾਂ ਤੋਂ ਪਹਿਲਾਂ ਵੀ ਬੜੀ ਬੁਲੰਦ ਆਵਾਜ਼ ਦੇ ਨਾਲ ਕਿਹਾ ਕਰਦੇ ਸੀਗੇ, ਸਰਕਾਰ ਵੰਡ ਸਰ ਭਗਵੰਤ ਮਾਨ ਜੀ ਨੇ ਇਹਦੇ ਉੱਪਰ ਬੜੀ ਸਖਤੀ ਦੇ ਨਾਲ ਫੈਸਲਾ ਲਿਆ। ਕਾਂਗਰਸੀਆਂ ਅਕਾਲੀਆਂ ਨੂੰ ਵਿਧਾਨ ਸਭਾ ਦੇ ਵਿੱਚ ਤੁਸੀਂ ਵਿਟਨੈਸ ਹੋ, ਉਸ ਗੱਲ ਦੀ ਤਕਲੀਫ ਵੀ ਬਹੁਤ ਹੋਈ। ਪਰ ਅੱਜ ਇੱਕ ਐਮਐਲਏ ਇੱਕ ਪੈਨਸ਼ਨ, ਜਿਹੜੇ ਕਿ ਕਈ ਐਮਐਲਏ ਇਹੋ ਜਿਹੇ ਸੀਗੇ ਕਿ 8-8 7-7 ਵਾਰੀ 10-10 ਵਾਰੀ ਰਹਿ ਚੁੱਕੇ ਸੀਗੇ, ਉਹ 4-4 5-5 ਲੱਖ ਤੱਕ ਪੈਨਸ਼ਨ ਘਰੇ ਬੈਠੇ ਹਾਰੇ ਹੋਏ ਲਈ ਜਾਂਦੇ ਸੀਗੇ। ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਭਗਵੰਤ ਮਾਨ ਜੀ ਨੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਲਿਆਂਦਾ। ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ, ਪੰਜਾਬੀਆਂ ਨੂੰ, 3 ਕਰੋੜ ਪੰਜਾਬੀਆਂ ਨੂੰ ਮਾਣ ਮਹਿਸੂਸ ਹੋਊਗਾ ਕਿ ਉਹਨਾਂ ਦੇ ਮੁੱਖ ਮੰਤਰੀ ਨੇ 5 ਸਾਲਾਂ ਦੇ ਵਿੱਚ 100 ਕਰੋੜ ਰੁਪਏ ਜਿਹੜਾ ਉਹ ਇਹਨਾਂ ਲੀਡਰਾਂ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ 5 ਸਾਲਾਂ ਦੇ ਵਿੱਚ ਪੰਜਾਬ ਦੇ ਖਜ਼ਾਨੇ ਦੇ ਵਿੱਚ ਲੈ ਆਉਣਾ ਹੈ। ਇਸੇ ਤਰੀਕੇ ਦੇ ਨਾਲ ਇਹੀ ਪੈਸਾ ਜਿਹੜਾ ਕਿ ਲੀਡਰ ਔਰ ਅਫਸਰ ਲੁੱਟਿਆ ਕਰਦੇ ਸੀਗੇ, ਤੇ ਉਹ ਪੰਜਾਬ ਦੇ ਸ਼ਹੀਦ ਜਿਹੜੇ ਦੇਸ਼ ਵਾਸਤੇ, ਪੰਜਾਬ ਵਾਸਤੇ ਆਪਣੀਆਂ ਜਾਨਾਂ ਗਵਾਉਂਦੇ ਨੇ, ਉਹਨਾਂ ਨੂੰ ਕੱਖ ਨਹੀਂ ਮਿਲਦਾ ਸੀਗਾ। ਇਹੀ ਪੈਸਾ ਉਹਨਾਂ ਸ਼ਹੀਦ ਜਿਹੜੇ ਫੌਜੀ ਨੇ, ਜਿਹੜੇ ਫੌਜ ਦੇ ਕਰਮੀ ਨੇ ਜਾਂ ਪੁਲਿਸ ਦੇ ਕਰਮੀ ਨੇ, ਉਹਨਾਂ ਨੂੰ 1 ਕਰੋੜ ਰੁਪਏ ਜਿਹੜਾ ਉਹਦੀ ਰਾਸ਼ੀ ਹੈ ਜਿਹੜੀ ਇਹ ਪਹਿਲੀ ਵਾਰੀ ਹੋ ਰਿਹਾ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ 75 ਸਾਲਾਂ ਦੇ ਵਿੱਚ 1 ਕਰੋੜ ਦੀ ਰਾਸ਼ੀ ਜਿਹੜੀ ਉਹਨਾਂ ਨੂੰ ਮਿਲੇ। ਇਸੇ ਤਰੀਕੇ ਦੇ ਨਾਲ ਸਾਥੀਓ,
खेती प्रधान सूबा है, पंजाब दी अर्थ व्यवस्था है वो सारी दी सारी खेती के उपर निर्भर करती है। हुण तक दियां सरकारां ते हुण तक दे लीडर, चाहे वो दिग्गज लीडर अकाली दल दे सी चाहे कांग्रेस दे सीगे, वो आपदे आप नूं किसानां दा मसीहा ते किसानां दा रहबर दा जिहड़ा टैग तां दिंदे रहे, फतवा तां आपदे आप नूं दिंदे रहे, पर पंजाब दे किसानां दी बांह कदे किसे ने नहीं फड़ी हैगी। पर जिस दिन दी भगवंत मान जी दी आम आदमी पार्टी दी सरकार बनी है, असीं ये पहली वारी होया कि कणक झोने दी फसल दे उपर MSP जिहड़ी कि केंद्र वल्लों दित्ती जांदी है लंबे समय तो, ਉਹਨੂੰ ਛੱਡ ਕੇ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਤੀਜੀ ਫਸਲ ਦੇ ਉੱਪਰ ਮੂੰਗੀ ਦੇ ਉੱਪਰ MSP ਹੈ ਜਿਹੜੀ ਉਹ ਦਿੱਤੀ 7250 ਰੁਪਏ, ਔਰ ਨਾਲ ਇਹਦਾ ਵੀ ਪ੍ਰੋਵੀਜ਼ਨ ਕੀਤਾ ਕਿ ਜੇ ਕੋਈ 7250 ਰੁਪਏ ਤੋਂ ਘੱਟ ਵੇਚਦਾ ਤੇ ਮੈਕਸਿਮਮ 1000 ਰੁਪਏ ਪ੍ਰਤੀ ਕੁਇੰਟਲ ਦਾ ਡਿਫਰੈਂਸ਼ੀਅਲ ਅਮਾਉਂਟ, ਤਾਂ ਕਿ ਉਸ ਕਿਸਾਨ ਭਰਾ ਨੂੰ ਨੁਕਸਾਨ ਨਾ ਹੋਵੇ, ਉਹਦਾ ਡਿਫਰੈਂਸ਼ੀਅਲ ਅਮਾਉਂਟ ਹੈ ਜਿਹੜਾ ਉਹ ਸਰਕਾਰ ਆਪਦੇ ਵੱਲੋਂ ਪੇ ਕਰਦੀ ਹੈ, ਜਿਸ ਦੇ ਤਹਿਤ ਹੁਣ ਤੱਕ तकरीबन 4,90,000 क्विंटल है जिहड़ी ओह मूंगी प्रक्योर हो चुकी है। 54,000 एकड़ तो वधा के इसे इनिशिएटिव के तहत जिहड़ा मूंगी के तहत रकबा है वह 1,29,000 एकड़ इक्को ही साल दे विच सरकार बनते सारी जिहड़ा कर दिता गया, जिहड़ा कि बहुत वड्डी अचीवमेंट है। इसे तरीके दे नाल पंजाब 5 दरियावां दा पंजाब ਜਿਹੜਾ ਕਿ ਰੇਗਿਸਤਾਨ ਬਣਨ ਵਾਲੇ ਪਾਸੇ ਵੱਲ ਵਧ ਰਿਹਾ ਬੜੀ ਤੇਜ਼ੀ ਦੇ ਨਾਲ, ਉਹਦੇ ਪਾਣੀ ਨੂੰ ਬਚਾਉਣ ਦੇ ਲਈ ਇੱਕ ਨਾਇਬ ਉਪਰਾਲਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ। ਡਾਇਰੈਕਟ ਸੀਡਿੰਗ ਆਫ ਰਾਈਸ ਯਾਨੀ ਕਿ ਸਿੱਧੀ ਬਿਜਾਈ ਝੋਨੇ ਦੀ, ਉਹਦੇ ਤਹਿਤ ਇਨੀਸ਼ੀਏਟਿਵ ਲਿਆ ਗਿਆ ਤੇ ਅੱਜ ਤਕਰੀਬਨ 26 ਕਰੋੜ ਰੁਪਏ ਦੇ ਕਰੀਬ DSR ਦੀ ਅਮਾਉਂਟ ਟੋਟਲ ਬਣਦੀ ਹੈ, ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ, ਜਿਹਦੇ ਵਿੱਚੋਂ 15 ਕਰੋੜ ਹੈ ਜਿਹੜਾ ਉਹ ਜਾਰੀ ਹੋ ਚੁੱਕਿਆ। ਬਾਕੀ ਵੈਰੀਫਿਕੇਸ਼ਨ ਦੇ ਨਾਲ ਨਾਲ ਉਹ ਵੀ ਕੰਪਲੀਟ ਹੈ ਜਿਹੜਾ ਹੋ ਜਾਏਗਾ। ਪਰ ਅੱਜ ਤੱਕ ਇਹਨਾਂ ਕਿਸਾਨਾਂ ਦੇ ਮਸੀਹਾਂ ਨੇ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਸੀਗਾ, ਜਿਹੜਾ ਕਦੇ ਕੋਈ ਕਿਸਾਨਾਂ ਦਾ ਤੇ ਕਦੇ ਕੋਈ ਪਾਣੀਆਂ ਦੇ ਆਪਦੇ ਆਪ ਨੂੰ ਰਾਖਾ ਕਹਿੰਦੇ ਸੀਗੇ। ਇਸੇ ਤਰੀਕੇ ਦੇ ਨਾਲ ਸਾਥੀਓ, ਕਿਸਾਨਾਂ ਦੀ ਸੁਵਿਧਾ ਦੇ ਲਈ ਉਹਨਾਂ ਦੀਆਂ ਮੋਟਰਾਂ ਦੇ ਕਨੈਕਸ਼ਨ ਜਿਹੜੇ ਕਿ ਕਈ ਵਾਰੀ ਓਵਰਲੋਡ ਚੱਲਦੀਆਂ ਸੀਗੀਆਂ, 4750 रुपए पर हॉर्स पावर के हिसाब नाल जो पैसे ले जाते थे बिजली बोर्ड वालों, वो घटा के 2500 रुपए किया गया, जिस दे नाल किसान भरावां दे 170 करोड़ ने ओदी सेविंग हुई ते 1,87,000 किसान भरावां नूं इहदा सिद्धम सिद्धा बेनिफिट है जिहड़ा वो होया। अज तक तुसीं ये हॉर्स पावर के लोड रेट्स ने जिहड़े तुसीं वाधे तां देखे सुने होणगे, पर घटदे शायद पहली वारी वो देखे ने भगवंत मान जी सरकार के तहत। इसे तरीके दे नाल किसान भरावां दी गल कर लीए, गन्ने काश्तकारां दी गल कर लीए। गन्ना मैं समझदा कि जिहड़ा किसी समय दे विच पंजाब दी एक बहुत महत्वपूर्ण फसल होया करदा सीगा, पर समय समय दी सरकारां ते जिहड़े प्राइवेट शुगर मिल ओनर्स ने जिहड़े जिहड़े कि अकाली कांग्रेसी ने, मोतबर अकाली कांग्रेसी ने, उन्हां दी आपस दी मिली भुगत करके पंजाब दे विचों गन्ने दी फसल गायब हुंदी गई। बाकी स्टेटां सारियां अगे निकलदियां गईयां, हरियाणा साडे नालों अगे निकल गया। अज तो 7 महीने पहला पंजाब दे जिहड़े रेट सीगे गन्ने दे, शुगर केन दे, वो घट सीगे, पर अज ये दसदे होए खुशी हुंदी है कि भगवंत मान जी दी सरकार ने 380 रुपए प्रति क्विंटल जिहड़ा कि अज दी तारीख दे विच पूरे देश दे विच, पूरे मुल्क दे विच सब तो वध रेट जे किते है तो वह पंजाब दे विच है। भगवंत मान जी दी सरकार दा एक बेहद नायाब उपराला है किसानां दी बांह फड़न दे लई और पानी नूं बचाउण दे लई। सो इसे तरीके दे नाल साथियों, पिछले समय दे विच तुसीं देखिया होएगा, इलैक्शनां तो पहला अरविंद केजरीवाल जी और भगवंत मान जी ने पंजाब दे लोकां दे नाल वादा कीता सीगा कि 300 यूनिट बिजली जिहड़ी हर परिवार नूं मिलेगी। कांग्रेसी ऐलान तां करदे रहे, चन्नी साहब उन्होंने बोर्ड भी बहुत वड्डे वड्डे लवाए और सिर्फ एक चुनिंदा वर्ग नूं दिता गया, पर भगवंत मान जी की सरकार ने 300 यूनिट बिजली है जिहड़ी हर महीने यानी कि 600 यूनिट हर बिलिंग साइकिल दे विच दित्ती है, इररिस्पैक्टिव ऑफ कास्ट रिलीजन दित्ती है। और इहदे नाल इन्ना गर्मी दे महीनों दे विच भी तकरीबन 50 लाख प्लस परिवारां नूं उहदा बेनिफिट होया ते आउण वाले समय दे विच सर्दियां दे महीनों दे विच यह बेनिफिट है जिहड़ा ये 72 लाख कंज्यूमर्स दे विचों 60 लाख कंज्यूमर्स नूं भी वध बेनिफिट है जिहड़ा वो होण जा रहा है। ये एक बेहद मैं समझदा कि नायाब उपराला है भगवंत मान जी की सरकार का पंजाब के हरेक आम घर नूं देण दे लई। साथियों,
ਨੌਕਰੀਆਂ ਤੋਂ ਬਿਨਾ ਕਿਸੇ ਸਟੇਟ ਦਾ ਕੰਮ ਨਹੀਂ ਚੱਲ ਸਕਦਾ, ਸਟੇਟ ਔਰ ਸਮਾਜ ਉਹਦੇ ਬਿਨਾ ਰਿਵਾਈਵ ਨਹੀਂ ਹੋ ਸਕਦਾ। ਲੰਬੇ ਸਮੇਂ ਤੋਂ ਆਪਾਂ ਦੇਖਦੇ ਆਏ ਕਿ ਜਦੋਂ ਚੋਣਾਂ ਸਿਰ ਤੇ ਨੇ ਉਦੋਂ ਸਰਕਾਰਾਂ ਨੇ ਜਿਹੜੀਆਂ 3-4 ਮਹੀਨੇ ਪਹਿਲਾਂ ਜਾਂ 6 ਮਹੀਨੇ ਪਹਿਲਾਂ ਮੈਕਸਿਮਮ ਪ੍ਰੋਸੈਸ ਸ਼ੁਰੂ ਕਰਦੀਆਂ ਸੀਗੀਆਂ ਤੇ ਫਿਰ ਐਂਡ ਦੇ ਵਿੱਚ ਆ ਕੇ ਚੋਣਾਂ ਦੇ ਨੇੜੇ ਆ ਕੇ ਇੰਨੀ ਤੱਥ ਪੜੱਤੀ ਦੇ ਵਿੱਚ ਕੰਮ ਕੀਤਾ ਜਾਂਦਾ ਸੀਗਾ ਕਿ ਨਾ ਤਾਂ ਉਹ ਪ੍ਰੋਸੈਸ ਨੌਕਰੀਆਂ ਦੇਣ ਦਾ ਸਿਰੇ ਚੜ੍ਹਦਾ ਸੀਗਾ, ਔਰ ਜੇ ਚੜ੍ਹਦਾ ਵੀ ਸੀਗਾ ਤਾਂ ਹਾਈ ਕੋਰਟ ਦੇ ਵਿੱਚ ਕਿਉਂਕਿ ਕਾਹਲੀ 'ਚ ਕੰਮ ਕਰਦੇ ਸੀਗੇ, ਪਹਿਲੇ 4.5 ਸਾਲ ਸੁੱਤੇ ਰਹਿੰਦੇ ਸੀਗੇ, ਉਹ 6 ਮਹੀਨਿਆਂ ਦੇ ਵਿੱਚ ਇੰਨੀ ਕਾਹਲੀ ਦੇ ਵਿੱਚ ਕੰਮ ਕਰਦੇ ਸੀਗੇ ਕਿ ਉਹ ਕਿਤੇ ਨਾ ਕਿਤੇ ਹਾਈ ਕੋਰਟ ਦੇ ਵਿੱਚ ਜਾ ਕੇ ਸਟੇ ਹੋ ਜਾਂਦਾ ਸੀਗਾ। ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਹੋ ਰਿਹਾ ਹੈ ਕਿ ਕੋਈ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਆਪਣੇ ਵਾਅਦੇ ਮੁਤਾਬਕ ਇਹਦੇ ਉੱਪਰ ਕੰਮ ਸ਼ੁਰੂ ਕੀਤਾ ਔਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ 8736 ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹਨਾਂ ਨੂੰ ਪੱਕੇ ਕਰਨ ਦੀ ਉਹ ਹੋ ਚੁੱਕੀ ਹੈ, ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਜਲਦੀ ਹੀ ਇਹਨਾਂ 8736 ਕੱਚੇ EMPLOYEES ਨੇ ਜਿਹੜੇ ਇਹਨਾਂ ਨੂੰ ਪੱਕੇ ਕਰਨ ਦਾ ਕੰਮ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਉਹ ਕਰ ਲਏਗੀ। ਇਸੇ ਤਰੀਕੇ ਦੇ ਨਾਲ ਨਵੀਆਂ ਨੌਕਰੀਆਂ 18,543 ਅਪਾਇੰਟਮੈਂਟ ਲੈਟਰਸ ਨੇ ਸਾਥੀਓ ਉਹ ਹੁਣ ਤੱਕ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਦੇ ਚੁੱਕੇ ਨੇ। ਇਹ ਪ੍ਰੋਸੈਸ ਹੈ ਜਿਹੜਾ ਅੱਗੇ ਇਹ ਪ੍ਰੋਸੈਸ ਹੋਰ ਤੇਜ਼ ਹੋਏਗਾ ਔਰ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਪਹਿਲੇ ਦਿਨ ਤੋਂ ਨੌਕਰੀਆਂ ਦੇਣ ਦਾ ਕੰਮ ਹੈ ਜਿਹੜਾ, ਨਵੀਆਂ ਨੌਕਰੀਆਂ ਦੇਣ ਦਾ ਕੰਮ ਹੈ ਜਿਹੜਾ ਉਹ ਕੋਈ ਸਰਕਾਰ ਨੇ ਕਿਸੇ ਨੇ ਕੀਤਾ ਹੋਵੇ। ਹੈਲਥ ਐਜੂਕੇਸ਼ਨ ਸਾਡਾ ਕੋਰ ਫੋਕਸ ਏਰੀਆਜ਼ ਨੇ ਆਮ ਆਦਮੀ ਪਾਰਟੀ ਦੇ। ਪਹਿਲੀ ਵਾਰੀ ਹੋ ਰਿਹਾ ਹੈ ਕਿ ਮੁਹੱਲਾ ਕਲੀਨਿਕ, ਜਿਹਨੂੰ ਆਮ ਆਦਮੀ ਪਾਰਟੀ ਕਲੀਨਿਕ, ਆਮ ਆਦਮੀ ਕਲੀਨਿਕ ਕਹਿੰਦੇ ਆ ਪੰਜਾਬ ਦੇ ਵਿੱਚ, ਉਹ 100 ਦੀ ਸ਼ੁਰੂਆਤ ਅੱਜ ਤੋਂ 2 ਮਹੀਨੇ ਪਹਿਲਾਂ ਯਾਨੀ ਕਿ 15 ਅਗਸਤ ਨੂੰ ਕੀਤੀ ਗਈ ਸੀਗੀ ਤੇ ਮੈਨੂੰ ਪੰਜਾਬ ਦੇ ਲੋਕਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹਨਾਂ 2 ਮਹੀਨਿਆਂ ਦੇ ਵਿੱਚ ਹੀ ਇਹਨਾਂ 100 ਆਮ ਆਦਮੀ ਕਲੀਨਿਕਸ ਦੇ ਵਿੱਚੋਂ ਤਕਰੀਬਨ 4 ਲੱਖ ਲੋਕਾਂ ਦਾ ਇਲਾਜ ਹੈ ਜਿਹੜਾ ਟਰਸ਼ਰੀ ਕੇਅਰ ਆਫ ਹੈਲਥ ਹੈ ਜਿਹੜੀ ਉਹ ਦਿੱਤੀ ਜਾ ਚੁੱਕੀ ਹੈ, ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਇਸੇ ਤਰੀਕੇ ਨਾਲ ਸਾਥੀਓ ਆਪਾਂ ਇਨਵੈਸਟਮੈਂਟਸ ਦੀ ਗੱਲ ਕਰ ਲਈਏ। ਇਨਵੈਸਟਮੈਂਟ ਤੋਂ ਬਿਨਾ, ਇੰਡਸਟਰੀ ਤੋਂ ਬਿਨਾ ਕਿਸੇ ਵੀ ਸਟੇਟ ਦੀ ਇਕਨੋਮੀ ਜਿਹੜੀ ਉਹ ਚੱਲ ਨਹੀਂ ਸਕਦੀ ਹੈਗੀ। ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿ ਵੱਡੇ ਪੱਧਰ ਦੇ ਉੱਪਰ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਔਰ ਵਿਦੇਸ਼ ਦੇ ਵਿੱਚ ਭਗਵੰਤ ਮਾਨ ਜੀ ਨੇ ਖੁਦ ਆਪ ਇਨੀਸ਼ੀਏਟਿਵ ਲਿਆ। ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹਨਾਂ ਨੂੰ ਜਾ ਕੇ ਪ੍ਰੇਰਿਤ ਕੀਤਾ ਕਿ ਪੰਜਾਬ ਦੇ ਵਿੱਚ ਆ ਕੇ ਇਨਵੈਸਟਮੈਂਟ ਕਰੋ। ਇੱਕ ਇਮਾਨਦਾਰ ਸਰਕਾਰ ਅੱਜ ਪੰਜਾਬ ਦੇ ਵਿੱਚ ਸਥਾਪਿਤ ਹੈ ਤੇ ਉਹਦੇ ਸਦਕਾ ਤਕਰੀਬਨ 21,000 ਕਰੋੜ ਦੀ ਇਨਵੈਸਟਮੈਂਟਸ ਹੈ ਜਿਹੜੀਆਂ ਉਹ ਪੰਜਾਬ ਦੇ ਵਿੱਚ ਆ ਰਹੀਆਂ ਨੇ। ਬੜੀ ਜਲਦੀ ਹੀ 93,000 ਨੌਜਵਾਨ ਮੁੰਡੇ ਕੁੜੀਆਂ ਨੂੰ ਉਹ ਤੋਂ ਨੌਕਰੀ ਮਿਲੇਗੀ ਤੇ ਇੱਕ ਟਾਟਾ ਸਟੀਲ ਵੱਲੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ ਜਿਹੜਾ ਸਟੀਲ ਦਾ 2600 ਕਰੋੜ ਦੀ ਇਨਵੈਸਟਮੈਂਟ ਦੇ ਨਾਲ ਉਹਦੇ ਨਾਲ MOU ਹੋ ਚੁੱਕਿਆ, ਐਗਰੀਮੈਂਟ ਹੋ ਚੁੱਕਿਆ ਤੇ ਪ੍ਰੋਸੈਸ ਬੜੀ ਜਲਦੀ ਹੀ ਸ਼ੇਪ ਅਪ ਕਰ ਜਾਏਗਾ ਪਲਾਂਟ ਉਹ, ਤੇ ਜਿਹਦੇ ਨਾਲ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀ ਜਿਹੜੀ ਉਹ ਮਿਲਣੀ ਸ਼ੁਰੂ ਹੋਏਗੀ। ਸਾਥੀਓ ਸਪੋਰਟਸ ਉਹ ਪੰਜਾਬ ਜਿਹੜਾ ਕਿ ਆਪਦੀ ਜਵਾਨੀ ਦੇ ਲਈ, ਆਪਦੀ ਕਿਸਾਨੀ ਦੇ ਲਈ ਜਾਣਿਆ ਜਾਂਦਾ ਸੀਗਾ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣੀਆਂ 70 ਸਾਲਾਂ ਦੇ ਰਾਜ ਭਾਗ ਦੇ ਵਿੱਚ ਖੇਡਾਂ ਨੂੰ ਵਿਸਾਰ ਦਿੱਤਾ ਤੇ ਪੰਜਾਬ ਜਿਹੜਾ ਕਿ ਸਭ ਤੋਂ ਮੋਹਰੀ ਹੁੰਦਾ ਸੀਗਾ ਖੇਡਾਂ ਦੇ ਵਿੱਚ ਉਹ ਪਿੱਛੇ ਰਹਿ ਗਿਆ ਤੇ ਨਸ਼ੇ ਨੇ ਉਸ ਸਪੋਰਟਸ ਦੀ ਜਗ੍ਹਾ ਜਿਹੜੀ ਉਹ ਲੈ ਲਈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ 2022 ਦੇ ਨਾਮ ਦੇ ਉੱਪਰ ਖੇਡਾਂ ਨੂੰ, ਸਪੋਰਟਸ ਨੂੰ ਔਰ ਸਪੋਰਟਸ ਪਰਸਨ ਨੂੰ ਪ੍ਰਮੋਟ ਕਰਨ ਦਾ ਕੰਮ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਔਰ ਸਾਡੇ ਨੌਜਵਾਨ ਖੇਡ ਮੰਤਰੀ ਮੀਥੇਰ ਜੀ ਨੇ ਉਪਰਾਲਾ ਕਰਕੇ ਉਹ ਸ਼ੁਰੂਆਤ ਕੀਤੀ ਔਰ ਅੱਜ ਤਕਰੀਬਨ 1.5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਤਕਰੀਬਨ ਪੰਜਾਬ ਦੇ ਵਿੱਚੋਂ ਇਸ ਖੇਡਾਂ ਦੇ ਇਸ ਮਹਾਕੁੰਭ ਦੇ ਵਿੱਚ 3 ਲੱਖ ਨੌਜਵਾਨ ਮੁੰਡੇ ਕੁੜੀਆਂ ਨੇ, ਖਿਡਾਰੀਆਂ ਨੇ ਪਾਰਟਿਸਿਪੇਟ ਕਰਨਾ। ਇਹ ਐਡੀ ਵੱਡੀ ਪਾਰਟਿਸਿਪੇਸ਼ਨ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਕਦੇ ਖੇਡਾਂ ਦੇ ਫੀਲਡ ਦੇ ਵਿੱਚ ਦੇਖੀ ਨਹੀਂ ਹੈਗੀ। ਤੁਸੀਂ ਸੁਣਦੇ ਹੋਵੋਗੇ ਪਹਿਲਾਂ ਕਬੱਡੀ ਕੱਪ ਤਾਂ ਜ਼ਰੂਰ ਹੁੰਦੇ ਸੀਗੇ ਪਰ ਕਬੱਡੀ ਉਸ ਘੱਟ ਦਿਖਦੀ ਸੀਗੀ ਤੇ ਬਾਲੀਵੁੱਡ ਸਟਾਰਾਂ ਦੇ ਠੁਮਕੇ ਨੇ ਜਿਹੜੇ ਉਹ ਵੱਧ ਦਿਖਦੇ ਸੀਗੇ। ਸੋ ਇਸ ਕਰਕੇ ਮੈਂ ਔਰ ਪੰਜਾਬ ਦੇ ਖਜ਼ਾਨੇ ਦੇ ਵਿੱਚ ਉਹਨਾਂ ਨੂੰ ਕਰੋੜਾਂ ਲੁਟਾ ਦਿੱਤਾ ਜਾਂਦਾ ਸੀਗਾ, 5-5 6-6 ਕਰੋੜ ਰੁਪਇਆ ਇੱਕ ਐਕਟਰੀਆਂ ਨੂੰ ਦੇ ਦਿੱਤਾ ਜਾਂਦਾ ਸੀਗਾ, ਸਟਾਰਸ ਨੂੰ ਦੇ ਦਿੱਤਾ ਜਾਂਦਾ ਸੀਗਾ। ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਉਹੀ 6 ਕਰੋੜ ਦੇ ਇਨਾਮ ਨੇ ਜਿਹੜੇ ਉਹ ਭਗਵੰਤ ਮਾਨ ਜੀ ਦੀ ਸਰਕਾਰ
ਖੇਡਾਂ ਵਤਨ ਪੰਜਾਬ ਦੇ ਜ਼ਰੀਏ ਪੰਜਾਬ ਦੇ ਨੌਜਵਾਨ ਖਿਡਾਰੀ ਮੁੰਡੇ ਕੁੜੀਆਂ ਨੂੰ ਹੈ ਜਿਹੜੀ ਉਹ ਦੇਣ ਜਾ ਰਹੀ ਹੈ। ਸੋ ਸਾਥੀਓ, ਇਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇੱਕ ਬਹੁਤ ਬਿਹਤਰੀਨ ਉਪਰਾਲਾ ਹੈ। ਇਸੇ ਤਰੀਕੇ ਦੇ ਨਾਲ 70 ਸਾਲਾਂ ਦੇ ਵਿੱਚ ਜੋ ਨਹੀਂ ਹੋਇਆ, ਪਹਿਲੀ ਵਾਰੀ ਹੋ ਰਿਹਾ ਹੈ ਕਿ ਕਾਮਨਵੈਲਥ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨ ਵਾਲਿਆਂ ਨੂੰ, ਉਹਨਾਂ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਮੈਡਲ ਜਿੱਤੋ ਨਾ ਜਿੱਤੋ ਮੈਟਰ ਨਹੀਂ ਕਰਦਾ, ਪਰ 6 ਪਾਰਟਿਸਪੈਂਟ ਸਾਡੇ ਪੰਜਾਬ ਦੇ ਇਹੋ ਜਿਹੇ ਸੀਗੇ ਕਿ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਸੀਗਾ ਤੇ ਉਹ ਮਾਇੂਸ ਹੋ ਕੇ ਘਰੇ ਆ ਬੈਠਦੇ ਸੀਗੇ। ਉਹਨਾਂ ਨੂੰ 5-5 ਲੱਖ ਰੁਪਇਆ ਦੇਣ ਦਾ ਕੰਮ ਹੈ ਜਿਹੜਾ ਉਹ ਭਗਵੰਤ ਮਾਨ ਜੀ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਕੀਤਾ। ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਔਰ ਵੱਡਾ ਇਨੀਸ਼ੀਏਟਿਵ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਖੇਡਾਂ ਦੇ ਵਿੱਚ ਪ੍ਰੇਰਿਤ ਕਰਨ ਦੇ ਲਈ। ਸਾਥੀਓ, ਪਿਛਲੇ ਲੰਬੇ ਸਮੇਂ ਦੇ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਰਹੀ ਤੇ ਚਾਹੇ ਉਹ ਤੋਂ ਪਹਿਲਾਂ 10 ਸਾਲ ਅਕਾਲੀਆਂ ਦੀ ਸਰਕਾਰ ਰਹੀ, ਟਰਾਂਸਪੋਰਟ ਮਾਫੀਆ ਸਿਰ ਚੜ ਕੇ ਬੋਲਦਾ ਸੀਗਾ। ਬੜੀ ਵਾਰ ਵਿਧਾਨ ਸਭਾ ਦੇ ਵਿੱਚ ਵੀ ਮਸਲਾ ਉੱਠਿਆ ਕਿ ਜਿਹੜੀਆਂ ਵੋਲਵੋ ਜਾਂ ਮਰਸੀਡੀਜ਼ ਬੱਸਾਂ ਨੇ ਪੰਜਾਬ ਦੇ ਵਿੱਚੋਂ ਚੱਲਦੀਆਂ ਨੇ ਦਿੱਲੀ 에ਅਰਪੋਰਟ ਨੂੰ, ਉਹ ਪ੍ਰਾਈਵੇਟਾਂ ਨੂੰ, ਜਿਹੜੇ ਕਿ ਵੱਡੇ ਘਰਾਣੇ ਦੀਆਂ ਟਰਾਂਸਪੋਰਟਾਂ ਨੇ, ਉਹਨਾਂ ਨੂੰ ਫਾਇਦਾ ਦੇਣ ਦੇ ਲਈ ਪੰਜਾਬ ਰੋਡਵੇਜ਼ ਦੀਆਂ PRTC ਦੀਆਂ ਆਪਣੀਆਂ ਬੱਸਿਸ ਨੇ, ਉਹਨਾਂ ਨੂੰ ਮੰਦਹਾਲੀ ਦੇ ਵੱਲ ਧੱਕਿਆ ਜਾਂਦਾ ਸੀਗਾ, ਉਹਨਾਂ ਨੂੰ ਨਹੀਂ ਚਲਾਇਆ ਜਾਂਦਾ ਸੀਗਾ। ਇਹਨਾਂ ਰੂਟਾਂ ਦੇ ਉੱਪਰ ਬਣਦੇ ਸਾਰ ਹੀ ਭਗਵੰਤ ਮਾਨ ਜੀ ਦੀ ਸਰਕਾਰ ਜਿਸ ਦਿਨ ਬਣੀ ਉਸ ਦਿਨ ਤੋਂ ਇਹਦੇ ਉੱਪਰ ਕੰਮ ਸ਼ੁਰੂ ਹੋਇਆ ਤੇ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ 에ਅਰਪੋਰਟ ਨੂੰ ਪ੍ਰਾਈਵੇਟ ਬੱਸਾਂ ਤੋਂ ਵੀ ਆਲਮੋਸਟ ਅੱਧੇ ਨਾਲੋਂ ਵੀ ਘੱਟ ਕਿਰਾਏ ਦੇ ਉੱਪਰ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਸਰਕਾਰੀ ਪ੍ਰਾਈਵੇਟ ਸਰਕਾਰੀ ਵੱਡਿਆਂ ਘਰਾਣੀਆਂ ਦੀਆਂ ਅਕਾਲੀਆਂ ਕਾਂਗਰਸੀਆਂ ਦੀਆਂ ਬੱਸਾਂ ਤੁਸੀਂ ਪਿਛਲੇ 10 15 20 ਸਾਲ ਇਹ ਬਹੁਤ ਸੁਣਿਆ ਹੋਵੇਗਾ ਕਿ ਉਹਨਾਂ ਦਾ ਟੈਕਸ ਘਟਾ ਦਿੱਤਾ ਜਾਂਦਾ ਸੀਗਾ। ਆਮ ਬੱਸਾਂ ਨਾਲੋਂ ਵੀ ਉਹਨਾਂ ਦਾ ਟੈਕਸ ਘੱਟ ਹੁੰਦਾ ਸੀ, ਜਿਹੜੀਆਂ ਬੱਸਾਂ 3-3 4-4 ਕਰੋੜ ਦੀਆਂ ਸੀਗੀਆਂ। ਪਰ ਕਿਸੇ ਇਹਨਾਂ ਦੇ ਇਹ ਜਿਹੜੇ ਸੋ ਕਾਲਡ ਆਪਦੇ ਆਪ ਨੂੰ ਪੰਥ ਹਤੈਸ਼ੀ ਸਰਕਾਰਾਂ ਕਹਾਉਂਦੇ ਰਹੇ, ਜਿਹੜੇ ਹੁਣ ਤੱਕ ਪੰਥ ਦੇ ਨਾਂ ਦੇ ਉੱਪਰ ਵੋਟਾਂ ਮੰਗਦੇ ਰਹੇ, ਸਰਕਾਰਾਂ ਬਣਾਉਂਦੇ ਰਹੇ, ਜਿਹੜੇ ਆਪਦੀਆਂ ਬੱਸਾਂ ਦੇ ਟੈਕਸ ਤਾਂ ਘਟਾਉਂਦੇ ਰਹੇ, ਪਰ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਹੈਗਾ ਕਿ ਪੰਜਾਬ ਦੀਆਂ ਸੜਕਾਂ ਦੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸਵਾਰੀ ਨੂੰ ਲੈ ਕੇ ਜਾਂ ਬਾਕੀ ਪਵਿੱਤਰ ਗ੍ਰੰਥਾਂ ਦੀ ਸਵਾਰੀ ਨੂੰ ਲੈ ਕੇ ਜਿਹੜੀਆਂ ਗੱਡੀਆਂ ਪੰਜਾਬ ਦੀਆਂ ਸੜਕਾਂ ਦੇ ਉੱਪਰ ਚੱਲਦੀਆਂ ਨੇ, ਉਹਨਾਂ ਦਾ ਟੈਕਸ ਮਾਫ ਕਰ ਦਿੱਤਾ ਜਾਵੇ। ਇਹਨਾਂ ਸੋ ਕਾਲਡ ਪੰਥਕ ਪਾਰਟੀਆਂ ਦੇ ਤੇ ਲੀਡਰਾਂ ਦੇ ਦਿਮਾਗ ਦੇ ਵਿੱਚ ਨਹੀਂ ਆਇਆ, ਪਰ ਸਰਕਾਰ ਬਣਦੇ ਸਾਰ ਇਹ ਪਵਿੱਤਰ ਨੇਕ ਨਾਮਣਾ ਖੱਟਣ ਦਾ, ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਦਾ ਸੁਭਾਗ ਹੈ ਜਿਹੜਾ ਉਹ ਭਗਵੰਤ ਮਾਨ ਜੀ ਔਰ ਉਹਨਾਂ ਦੀ ਸਰਕਾਰ ਨੂੰ ਪ੍ਰਾਪਤ ਹੋਇਆ। ਤੇ ਜਿੰਨੀਆਂ ਪਵਿੱਤਰ ਗ੍ਰੰਥ ਨੇ ਪੰਜਾਬ ਦੀਆਂ ਸੜਕਾਂ ਦੇ ਉੱਪਰ, ਜਿੰਨੀਆਂ ਗੱਡੀਆਂ ਉਹਨਾਂ ਨੂੰ ਲੈ ਕੇ ਚੱਲਦੀਆਂ ਨੇ, ਉਹਨਾਂ ਦੇ ਉੱਪਰ ਟੈਕਸ ਹੈ ਜਿਹੜਾ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ। ਸੋ ਇਸ ਕਰਕੇ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਮਾਨ ਸਾਹਿਬ ਵੱਲੋਂ। ਇਸੇ ਤਰੀਕੇ ਨਾਲ ਸਾਥੀਓ, ਬੜਾ ਲੰਬਾ ਸਮਾਂ ਜੋ ਮੋਹਾਲੀ 에ਅਰਪੋਰਟ ਹੈ ਉਹਨੂੰ ਉਹਦੇ ਨਾਮ ਦੇ ਉੱਪਰ ਪਿਛਲੀਆਂ ਸਰਕਾਰਾਂ, ਚਾਹੇ ਅਕਾਲੀ ਦਾ ਸੀ ਚਾਹੇ ਕਾਂਗਰਸ ਸੀ BJP ਸੀ, ਇਹਨਾਂ ਨੇ ਰਾਜਨੀਤੀ ਤਾਂ ਬਹੁਤ ਕੀਤੀ, ਪਰ ਕੇਂਦਰ ਦੇ ਵਿੱਚ ਸਰਕਾਰਾਂ ਹੋਣ ਦੇ ਬਾਵਜੂਦ ਵੀ ਕਾਂਗਰਸ ਦੇ ਸਮੇਂ ਇੱਥੇ ਵੀ ਸਰਕਾਰ ਕਾਂਗਰਸ ਦੀ ਸੀ, ਉੱਪਰ ਵੀ ਸਰਕਾਰ ਕਾਂਗਰਸ ਦੀ ਸੀਗੀ, ਅਕਾਲੀ ਦਲ ਭਾਜਪਾ NDA ਦੀ ਸਰਕਾਰ ਇੱਥੇ ਵੀ ਰਹੀ ਹੈ ਤੇ ਉੱਥੇ ਵੀ ਰਹੀ ਹੈ, ਪਰ ਆਪਦੀਆਂ ਸਰਕਾਰਾਂ ਤੋਂ ਹੀ ਇਹ ਉਸ 에ਅਰਪੋਰਟ ਦਾ ਨਾਮ, ਮੋਹਾਲੀ 에ਅਰਪੋਰਟ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ਦੇ ਉੱਪਰ ਨਹੀਂ ਕਰਾ ਸਕੇ। ਤੇ ਇਹ ਪੁੰਨ ਦਾ ਕੰਮ, ਇਹ ਦੇਸ਼ ਭਗਤੀ ਦਾ ਕੰਮ, ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਨਮਨ ਕਰਨ ਦਾ ਕੰਮ ਹੈ ਜਿਹੜਾ, ਉਹਨਾਂ ਨੂੰ ਸਜਦਾ ਕਰਨ ਦਾ ਕੰਮ ਹੈ ਜਿਹੜਾ, ਇਹ ਵੀ ਭਗਵੰਤ ਮਾਨ ਜੀ ਦੇ ਲੇਖੇ ਲੱਗਿਆ। ਤੇ ਖੁਸ਼ੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮੋਹਾਲੀ 에ਅਰਪੋਰਟ ਦਾ ਨਾਮ ਹੈ ਜਿਹੜਾ ਉਹ ਬੜੀ ਲੰਬੀ ਜਦੋਜਹਿਦ ਤੋਂ ਬਾਅਦ ਉਹ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਕੀਤਾ ਗਿਆ। ਸਾਥੀਓ, ਦੋਸਤੋ, ਤੁਸੀਂ ਪਿਛਲੇ 70 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਬੈਠਿਆਂ ਨੇ ਆਪਾਂ ਲੋਕਾਂ ਨੇ, ਪੰਜਾਬੀਆਂ ਨੇ ਇਹ ਤਾਂ ਬਹੁਤ ਸੁਣਿਆ ਹੋਏਗਾ ਕਿ ਜੀ ਫਲਾਣੇ ਲੀਡਰ ਨੇ, ਫਲਾਣੇ MLA ਨੇ, ਫਲਾਣੇ ਮੰਤਰੀ ਨੇ, ਜਾਂ ਉਹਨਾਂ ਦੇ ਜਿਹੜੇ ਆਸੇ-ਪਾਸੇ ਚਮਚੇ ਚੇਲੇ ਹੁੰਦੇ ਸੀਗੇ, ਉਹਨਾਂ ਦੇ ਜਿਹੜੇ ਚੌਧਰੀ ਹੁੰਦੇ ਸੀਗੇ, ਉਹਨਾਂ ਨੇ ਸਰਕਾਰੀ ਪੰਚਾਇਤੀ ਜ਼ਮੀਨਾਂ, ਸ਼ਾਮਲਾਟ ਜ਼ਮੀਨਾਂ ਦੱਬ ਲੀਆਂ, ਉਹਨਾਂ ਦੇ ਉੱਪਰ ਕਬਜ਼ਾ ਕਰ ਲਿਆ ਤੇ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਪਰ ਇਹ 70 ਸਾਲਾਂ ਤੋਂ ਬਾਅਦ ਇਹਨਾਂ 7 ਮਹੀਨਿਆਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਸਾਥੀਓ ਕਿ ਉਹਨਾਂ ਦੱਬੀਆਂ ਹੋਈਆਂ ਜ਼ਮੀਨਾਂ ਨੂੰ ਛਡਾਉਣ ਦਾ ਕੰਮ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਤੇ ਸਾਡੇ ਬਹੁਤ ਹੀ ਹੋਣਹਾਰ ਔਰ ਕਾਬਲ ਔਰ ਮਿਹਨਤੀ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ, ਪੇਂਡੂ ਪੰਚਾਇਤ ਮੰਤਰੀ ਨੇ ਕੁਲਦੀਪ ਧਾਲੀਵਾਲ ਜੀ ਨੇ, ਉਹਨਾਂ ਨੇ
ਇਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਅੰਜਾਮ ਦਿੱਤਾ ਤੇ ਅੱਜ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਤਕਰੀਬਨ 9000 ਏਕੜ ਜ਼ਮੀਨ ਜਿਹੜੀ ਵੱਡੇ ਵੱਡੇ ਖੱਬੀ ਖਾਨ ਦੱਬੀ ਬੈਠੇ ਸੀਗੇ ਪਹਿਲਾਂ ਉਹਨਾਂ ਤੋਂ ਛੁਡਾ ਕੇ ਉਹ ਸਰਕਾਰ ਦੇ ਖਾਤੇ ਲਿਆਂਦੀਆਂ ਨੇ ਔਰ ਇਸ ਤੋਂ ਵੀ ਵੱਡੀ ਅਚੀਵਮੈਂਟ ਬੜੇ ਜਲਦੀ ਹੀ ਹੋਣ ਜਾ ਰਹੀ ਹੈ। ਤਕਰੀਬਨ 26300 ਏਕੜ ਜ਼ਮੀਨ ਜਿਨ੍ਹਾਂ ਦੀ ਕਿ ਕੀਮਤ ਤਕਰੀਬਨ 9200 ਕਰੋੜ ਹੈ ਜਿਹੜੀ ਕਿ ਅੱਜ ਤੱਕ ਸਰਕਾਰਾਂ ਦੇ ਪੰਚਾਇਤਾਂ ਦੇ ਮਹਿਕਮਿਆਂ ਦੇ ਖਾਤਿਆਂ ਦੇ ਵਿੱਚ ਹੀ ਨਹੀਂ ਸੀਗੀ ਵੀ ਉਹ ਜ਼ਮੀਨ ਹੈ ਕਿੱਥੇ, ਜ਼ਮੀਨ ਬੋਲਦੀ ਕਿੱਥੇ ਹੈ। ਉਹਦੀ ਆਇਡੈਂਟੀਫਿਕੇਸ਼ਨ ਹੈ ਜਿਹੜੀ ਉਹ ਭਗਵੰਤ ਮਾਨ ਜੀ ਦੀ ਸਰਕਾਰ ਕਰ ਚੁੱਕੀ ਹੈ ਤੇ ਉਹਨਾਂ ਨੂੰ ਵੀ ਜਲਦੀ ਹੀ ਪ੍ਰੋਸੈਸ ਦੇ ਵਿੱਚ ਲਿਆ ਕੇ ਉਹ ਜ਼ਮੀਨਾਂ ਨੇ ਜਿਹੜੀਆਂ ਉਹ ਰੀਕਲੇਮ ਕੀਤੀਆਂ ਜਾਣਗੀਆਂ ਤੇ ਪੰਚਾਇਤਾਂ ਨੂੰ ਜਾਂ ਜਿੱਥੇ ਜਿੱਥੇ ਜਿਹੜੇ ਮਹਿਕਮੇ ਦੀ ਜਿਸ ਡਿਪਾਰਟਮੈਂਟ ਦੀ ਉਹ ਜ਼ਮੀਨ ਹੈ ਉਹਨੂੰ ਸਮਾਈ ਜਾਏਗੀ। ਸੋ ਇਹ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ, ਪਹਿਲੀ ਵਾਰੀ ਨਹੀਂ। ਅੱਗੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਕੇ ਲੋਕ ਦੱਬਣ ਵਾਲੇ ਆਪਦੇ ਆਪ ਨੂੰ ਵੱਡਾ ਸਮਝਦੇ ਹੁੰਦੇ ਸੀਗੇ ਕਿ ਸਾਡੀ ਚੱਲਦੀ ਹੈ ਇਸ ਕਰਕੇ ਅਸੀਂ ਜ਼ਮੀਨਾਂ ਦੱਬਦੇ ਪਰ ਜ਼ਮੀਨਾਂ ਛਡਾਉਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ। ਬਹੁਤ ਵੱਡੀ ਮੈਂ ਸਮਝਦਾ ਕਿ ਉਪਲਬਧੀ ਹੈ। 70 ਸਾਲਾਂ ਦੇ ਵਿੱਚ ਨਹੀਂ ਹੋਇਆ ਹੈਗਾ ਕਿ ਆਮ ਲੋਕਾਂ ਦੀ ਸੁਣਵਾਈ ਹੈ ਜਿਹੜੀ ਪਿੰਡਾਂ ਦੇ ਵਿੱਚ ਉਹ ਹੋਈ ਹੋਵੇ। ਪੰਚਾਇਤਾਂ ਬਣ ਜਾਂਦੀਆਂ ਸੀਗੀਆਂ, ਸਰਕਾਰਾਂ ਆਪਦੇ ਹਿਸਾਬ ਨਾਲ ਲੁੱਟਦੀਆਂ ਤੇ ਲਟਾਉਂਦੀਆਂ ਸੀਗੀਆਂ ਉਹਨਾਂ ਪੰਚਾਇਤਾਂ ਦੇ ਕਈ ਵਾਰੀ ਜ਼ਰੀਏ, ਪਰ ਪਹਿਲੀ ਵਾਰੀ ਹੋ ਰਿਹਾ ਹੈ ਕਿ ਡੈਮੋਕ੍ਰੇਸੀ ਨੂੰ ਜੜ੍ਹਾਂ ਤੱਕ ਮਜ਼ਬੂਤ ਕਰਨ ਦੇ ਲਈ ਗ੍ਰਾਮ ਸਭਾਵਾਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੈਗੂਲਰ ਫੀਚਰ ਹੋਏਗਾ ਕਿ ਗ੍ਰਾਮ ਸਭਾਵਾਂ ਹੋਣਗੀਆਂ ਔਰ ਲੋਕ ਆਪਣੇ ਹੱਕ ਦੀ ਗੱਲ, ਆਪਣੇ ਕੰਮ ਦੀ ਗੱਲ ਹੈ ਜਿਹੜੀ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਣਗੇ। ਔਰ ਸਾਥੀਓ, ਸਭ ਤੋਂ ਲਾਸਟ ਬਟ ਨਾਟ ਦ ਲੀਸਟ ਜਿਹੜੀ ਲੁੱਟ ਪੰਜਾਬ ਦੇ ਵਿੱਚ ਚੱਲਦੀ ਰਹੀ ਹੈ, ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਇਹਨਾਂ ਸਰਕਾਰਾਂ ਨੇ ਅਕਾਲੀਆਂ ਕਾਂਗਰਸੀਆਂ ਨੇ ਚਾੜ ਦਿੱਤਾ, ਜਿਹੜਾ 1 ਲੱਖ ਕਰੋੜ ਦਾ ਹੋਰ ਕਰਜ਼ਾ ਬੋਰਡਾਂ ਕਾਰਪੋਰੇਸ਼ਨਾਂ ਦੇ ਉੱਪਰ ਸਿਰ ਤੇ ਚੜ ਚੁੱਕਿਆ ਇਹਨਾਂ 70 ਸਾਲਾਂ ਦੇ ਵਿੱਚ। ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਅੱਜ ਤੱਕ ਕਦੇ ਪੰਜਾਬ ਦੇ ਲੋਕਾਂ ਨੇ ਕਿਸੇ ਲੀਡਰ ਨੂੰ, ਐਮਐਲਏ ਨੂੰ, ਮੰਤਰੀ ਨੂੰ, ਕਿਸੇ ਅਫਸਰ ਨੂੰ ਕੰਗਾਲ ਹੁੰਦੇ ਨਹੀਂ ਦੇਖਿਆ ਸੁਣਿਆ ਹੋਣਾ, ਬੈਂਕਰਪਟ ਹੁੰਦੇ ਦੇਖਿਆ ਸੁਣਿਆ ਨਹੀਂ ਹੋਣਾ ਹੈਗਾ। ਪਰ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਹੈ ਕਿ ਉਹ ਪੁੱਛਣਗੇ ਕਿਉਂ ਪੰਜਾਬ ਕੰਗਾਲ ਹੋ ਗਿਆ। ਉਹ ਹੋਇਆ ਕਿਉਂਕਿ ਇਹਨਾਂ ਦੀਆਂ ਨੀਤੀਆਂ ਮਾੜੀਆਂ ਸੀਗੀਆਂ। ਰੈਵਨਿਊ ਹੈ ਜਿਹੜਾ, ਸਰਕਾਰੀ ਰੈਵਨਿਊ ਹੈ ਜਿਹੜਾ ਉਹ ਮਾਫੀਆਂ ਦੇ ਜ਼ਰੀਏ ਆਪਦੇ ਘਰਾਂ ਨੂੰ ਲਿਜਾਇਆ ਜਾਂਦਾ ਸੀਗਾ। ਤੇ ਜਿਹੜੀ ਇੱਕ ਬੜੀ ਛੋਟੀ ਜੀ ਪ੍ਰਤੱਖ ਜੀ ਉਦਾਹਰਣ ਹੈ ਜਿਹੜੀ ਉਹ ਤੁਹਾਨੂੰ ਮੈਂ ਦੇਣ ਲੱਗਿਆ ਕਿ ਐਕਸਾਈਜ਼ ਦੇ ਵਿੱਚ ਹੀ ਪਹਿਲੀ ਵਾਰੀ ਹੋਇਆ ਕਿ ਪਹਿਲੇ 6 ਮਹੀਨਿਆਂ ਦੇ ਵਿੱਚ 37% ਦਾ ਜੰਪ ਹੈ ਜਿਹੜਾ, ਇਨਕਰੀਜ਼ ਹੈ ਜਿਹੜਾ। ਪਹਿਲਾਂ 3110 ਕਰੋੜ ਸੀਗਾ ਪਿਛਲੇ ਸਾਲ ਪਹਿਲੇ 6 ਮਹੀਨਿਆਂ ਦੇ ਵਿੱਚ ਤੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਤਹਿਤ ਇਹ ਜੰਪ ਹੈ ਜਿਹੜਾ ਇਹ 3110 ਕਰੋੜ ਤੋਂ ਰੈਵਨਿਊ ਕਲੈਕਸ਼ਨ ਵੱਧ ਕੇ ਐਕਸਾਈਜ਼ ਦੀ ਇਹ 4280 ਕਰੋੜ ਹੈ ਜਿਹੜਾ ਉਹ ਹੋ ਚੁੱਕਿਆ। ਸ਼ਰਾਬ ਮਾਫੀਆ ਇਹ ਰੱਜ ਕੇ ਚਲਾਉਂਦੇ ਰਹੇ ਤੇ ਅੱਜ ਸ਼ਰਾਬ ਦੀ ਪੋਜੀਸ਼ਨ ਇਹ ਹੈ ਕਿ ਜਿਹੜਾ ਇਹਨਾਂ ਤੋਂ 70 ਸਾਲਾਂ ਦੇ ਵਿੱਚੋਂ 6200 ਕਰੋੜ ਤੋਂ ਵੱਧ ਮਾਲੀਆ ਟੱਪਿਆ ਨਹੀਂ ਹੈ ਕਦੇ, ਸਾਡਾ ਇਸ ਵਾਰ ਦਾ ਮਾਲੀਆ ਪਹਿਲੇ ਸਾਲ ਦੇ ਵਿੱਚ ਹੀ ਇਹ ਤਕਰੀਬਨ 9200 ਕਰੋੜ ਤੋਂ ਪਲੱਸ ਹੋਣ ਜਾ ਰਿਹਾ ਹੈ ਕਿਉਂਕਿ ਇੱਕ ਇਮਾਨਦਾਰ ਸਰਕਾਰ ਹੈ, ਲੋਕਾਂ ਦਾ ਪੈਸਾ ਖਜ਼ਾਨੇ 'ਚ ਲੈ ਕੇ ਆਉਣਾ ਜਾਣਦੀ ਹੈ। ਔਰ ਇਸੇ ਤਰੀਕੇ ਦੇ ਨਾਲ ਸਾਥੀਓ, ਜੇ ਆਪਾਂ ਮਾਲ ਮਹਿਕਮੇ ਦੀ ਗੱਲ ਕਰ ਲਈਏ, ਸਟੈਂਪ ਡਿਊਟੀ ਦੀ ਗੱਲ ਕਰ ਲਈਏ, ਤਕਰੀਬਨ 27-28% ਦਾ ਜੰਪ ਉਹਦੇ ਵਿੱਚ ਆਇਆ, ਐਨਹਾਂਸਮੈਂਟ ਆਈ ਹੈ। ਇਸੇ ਤਰੀਕੇ ਦੇ ਨਾਲ ਟਰਾਂਸਪੋਰਟ ਦੀ ਗੱਲ ਕਰ ਲਈਏ, ਤਕਰੀਬਨ 23% ਦਾ ਜੰਪ ਹੈ ਜਿਹੜਾ ਉਹਦੇ ਵਿੱਚ ਆ ਚੁੱਕਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ 7 ਮਹੀਨਿਆਂ ਦੇ ਵਿੱਚ ਜੋ ਪਹਿਲ ਕਦਮੀਆਂ, ਜੋ ਨਵੇਕਲੇ ਕਦਮ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਕਦੇ ਦੇਖੇ ਨਹੀਂ ਸੀ, ਸੁਣੇ ਨਹੀਂ ਸੀ, ਸੋਚੇ ਨਹੀਂ ਸੀਗੇ ਵੀ ਇਹ ਕੰਮ ਵੀ ਸਰਕਾਰਾਂ ਕਦੇ ਕਰ ਸਕਦੀਆਂ ਨੇ। ਅੱਜ ਇਹਨਾਂ 7 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਤਹਿਤ ਇੱਕ ਇਮਾਨਦਾਰ ਸਰਕਾਰ ਨੇ ਉਹ ਪਹਿਲ ਕਦਮੀਆਂ ਉਹਨਾਂ ਨੂੰ ਪੂਰ ਕਰਕੇ ਦਿਖਾ ਦਿੱਤਾ। ਇਹ ਇਹਨਾਂ 7 ਮਹੀਨਿਆਂ ਦੀ ਕਾਰਗੁਜ਼ਾਰੀ ਹੈ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਦੇ ਲੋਕਾਂ ਦਾ ਸਾਥ ਸਹਿਯੋਗ ਜਿਸ ਤਰੀਕੇ ਨਾਲ ਮਿਲਿਆ ਉਹਨੂੰ, ਉਸ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਹ ਸਾਥ ਸਹਿਯੋਗ ਅੱਗੇ ਮਿਲਦਾ ਰਹੇ, ਪ੍ਰਮਾਤਮਾ ਦਾ ਆਸ਼ੀਰਵਾਦ ਰਹੇ ਤੇ ਪੰਜਾਬ ਨੂੰ ਮੁੜ ਦੁਬਾਰਾ ਰੰਗਲਾ ਪੰਜਾਬ, ਖੁਸ਼ਹਾਲ ਪੰਜਾਬ ਤੇ ਦੇਸ਼ ਦਾ ਨੰਬਰ 1 ਦਾ ਸੂਬਾ ਬਣਾਉਣ ਦੇ ਵਿੱਚ ਭਗਵੰਤ ਮਾਨ ਜੀ ਸਰਕਾਰ ਇਹਨਾਂ 5 ਸਾਲਾਂ ਦੇ ਵਿੱਚ 100% ਕਾਮਯਾਬ ਹੋਏਗੀ। ਸੋ ਜੀ
देखो इस तरह है कि डेफिनेटली कर्ज है ਜਿਹੜਾ ਉਹ ਘਟਿਆ मैं कहा कि बहुत ਵੱਡਾ ਉਹਦੇ ਵਿੱਚ ਬਹੁਤ ਵੱਡਾ ਕਰਜ਼ਾ ਸੀ 3 ਲੱਖ ਦਾ ਕਰੋੜ ਦਾ ਕਰਜ਼ਾ 7 ਮਹੀਨੇ ਚ ਤਾਂ ਉਹ ਨਹੀਂ ਹੈ ਪਰ ਡੈਫੀਨਿਟਲੀ ਯੈਸ ਉਹ ਰੈਵਨਿਊ ਹੈ ਜਿਹੜਾ ਪ੍ਰੋਸੈਸ ਕੀ ਹੁੰਦਾ ਹੈ ਕਿ ਤੁਸੀਂ ਰੈਗੂਲਰ ਕਰਜ਼ਾ ਲੈਣੇ ਵੀ ਹੋ ਤੇ ਰੈਗੂਲਰ ਕਰਜ਼ਾ ਉਤਾਰਦੇ ਵੀ ਹੋ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਲੈਣ ਦੀ ਸਪੀਡ ਹੈ ਜਿਹੜੀ ਉਹ ਘੱਟ ਹੈ ਤੇ ਕਰਜ਼ੇ ਨੂੰ ਉਤਾਰਨ ਦੀ ਮੋਡ ਦੀ ਸਪੀਡ ਹੈ ਜਿਹੜੀ ਉਹ ਆਲਮੋਸਟ ਉਹ ਤੋਂ ਡੂਢੀ ਦੁੱਗਣੀ ਹੈ ਸੋ ਇਹ ਪ੍ਰੋਸੈਸ ਹੈ ਜਿਹੜਾ ਇਹ ਚੱਲ ਰਿਹਾ ਹੈ ਔਰ ਜਿਵੇਂ ਜਿਵੇਂ ਹਾਲਾਤ ਨੇ ਜਿਹੜੇ ਪੰਜਾਬ ਦੇ ਇਕਨੋਮਿਕ ਰਿਵਾਈਵਲ ਹੁੰਦੀ ਜਾਏਗੀ ਇਹ ਸਪੀਡ ਕਰਜ਼ਾ ਮੋੜਨ ਦੀ ਕਰਜ਼ਾ ਉਤਾਰਨ ਦੀ ਸਾਡੀ ਹੋਰ ਤੇਜ਼ ਹੁੰਦੀ ਜਾਏਗੀ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਅਸੀਂ ਡੈਟ ਫ੍ਰੀ ਪੰਜਾਬ ਹੈ ਜਿਹੜਾ ਉਹ ਸੁਪਨਾ ਸਾਡਾ देखो इस तरह है देखो भाई साहब इस तरह है कि ਤੁਸੀਂ ਇਹ ਮੰਨ ਕੇ ਚੱਲੋ ਕਿ ਇੱਕ ਚੰਗੀ ਸ਼ੁਰੂਆਤ ਹੈ ਜਿਹੜੀ ਉਹ ਹੋਈ ਹੈ ਉਹਦੇ ਵਿੱਚ ਜਾ ਕੇ ਜੇ ਸਪੋਜ਼ ਜਿਵੇਂ 9000 ਏਕੜ ਦੀ ਕਹਿ ਰਹੇ ਜੇ ਕਿਤੇ ਕੋਈ 100 250 ਏਕੜ ਦੇ ਵਿੱਚ ਜਾ ਕੇ ਜੇ ਕਿਸੇ ਨੇ ਮੁੜ ਕੇ ਔਰ ਖਾਸ ਤੌਰ ਤੇ ਮੈਂ ਕਈ ਥਾਵਾਂ ਤੇ ਤਾਂ ਇਹ ਦੇਖਿਆ ਕਿ ਕਈ ਲੀਡਰ ਹੀ ਇਸ ਗੱਲ ਨੂੰ ਅਪੋਜ਼ ਕਰ ਰਹੇ ਨੇ ਕਿ ਜ਼ਮੀਨਾਂ ਛੜਾ ਕੇ ਰਹੇ ਹੋ ਉਹ ਭਾਈ ਤੁਸੀਂ ਸੋਸਾਇਟੀ ਨੂੰ ਲੀਡ ਕਰਦੇ ਹੋ ਮਾੜੀ ਮੋਟੀ ਸ਼ਰਮ ਕਰੋ ਜੇ ਜਾ ਕੇ ਤੁਸੀਂ ਜ਼ਮੀਨਾਂ ਦੇ ਕਬਜ਼ੇ ਕਰਾਓਗੇ ਤੇ ਫਿਰ ਇਸ ਤੋਂ ਤਾਂ ਮਾੜਾ ਕੰਮ ਕੋਈ ਪੰਜਾਬ ਦੇ ਲਈ ਹੋ ਨਹੀਂ ਸਕਦਾ ਹੈਗਾ ਸੋ ਇਸ ਕਰਕੇ ਇਹੋ ਜਿਹੀ ਕੋਈ ਹੋ ਸਕਦਾ ਇੱਕਾ ਦੁੱਕਾ ਘਟਨਾ ਹੋਵੇ ਪਰ ਬਹੁਤ ਗਿਣਤੀ ਨੇ ਜਿਹੜੇ ਉਹ ਲੋਕ ਸਮਝ ਚੁੱਕੇ ਨੇ ਜਾਗ ਚੁੱਕੇ ਨੇ ਤੇ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਜਿਹੜਾ ਉਹ ਕਰ ਰਹੇ ਨੇ ਜੇ ਕੋਈ ਇਸ ਤਰੀਕੇ ਦੇ ਨਾਲ ਕਿਸੇ ਨੇ ਦੁਬਾਰਾ ਉਹਨੂੰ ਰੀਕਲੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਧੱਕੇ ਦੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਔਰ ਮਹਿਕਮਾ ਪੂਰੀ ਸਖਤ ਕਾਰਵਾਈ ਕਰ ਰਿਹਾ ਉਹਦੇ ਉੱਤੇ ਅਮਨ ਜੀ ਤੁਸੀਂ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਪਹਿਲੇ ਦਿਨ ਤੋਂ ਕੰਮ ਕਰ ਰਹੀ ਹੈ ਨੋ ਡਾਊਟ ਐਪਰੀਸ਼ੀਏਟ ਕਰਨ ਵਾਲੀ ਚੀਜ਼ ਹੈ ਪਰ ਦੇਖੀਏ ਤਾਂ ਇਹ ਵੀ ਇੱਕ ਵਾਰ ਐਗਜ਼ਾਮਪਲ ਪਹਿਲੀ ਵਾਰ ਸੈੱਟ ਹੋਈ ਕਿਉਂਕਿ ਸਰਕਾਰ ਬਣਦੇ ਹੀ ਪੰਜਾਬ 'ਚ ਇੰਨੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਪ੍ਰੋਟੈਸਟ ਹੋ ਰਹੇ ਨੇ ਲਾਠੀ ਚਾਰਜ ਹੋ ਰਹੇ ਨੇ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲੱਗ ਚੁੱਕਾ ਜੀਰਾ ਫੈਕਟਰੀ ਦੇ ਬਾਹਰ ਪੱਕਾ ਮੋਰਚਾ ਲੱਗਿਆ ਹੋਇਆ ਉੱਥੇ ਸਰਕਾਰ ਕੁਝ ਨਹੀਂ ਕਰ ਪਾ ਰਹੀ ਦੇਖੋ ਕੀ ਕਰੀਏ ਉਸ ਦੇ ਵਿੱਚ ਤੁਸੀਂ ਮੈਨੂੰ ਸਮਝਾਓ ਜਿਹੜਾ ਜਿਸ ਦਿਨ ਇਹ ਉਹਨਾਂ ਨੇ ਪੱਕਾ ਮੋਰਚਾ ਅਨਾਉਂਸ ਕੀਤਾ ਉਸ ਤੋਂ 3 ਦਿਨ ਪਹਿਲਾਂ ਪੂਰੇ 2 ਦਿਨ ਲਗਾਤਾਰ 2 ਦਿਨ ਭਗਵੰਤ ਮਾਨ ਜੀ ਖੁਦ ਆਪਦੇ ਮੰਤਰੀਆਂ ਦੇ ਨਾਲ ਆਪਦੇ ਅਫਸਰਾਂ ਦੇ ਨਾਲ ਪੂਰੀ ਦੀ ਪੂਰੀ ਸਰਕਾਰ ਹੈ ਜਿਹੜੀ ਉਹ ਕਿਸਾਨ ਜਥੇਬੰਦੀਆਂ ਦੇ ਨਾਲ 3 ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਪੂਰੀ ਦਿਹਾੜੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਮਸਲੇ ਨੇ ਜਿਹੜੇ ਬਹੁਤ ਗਿਣਤੀ ਮਸਲੇ ਨੇ ਜਿਹੜੇ ਉਹਨਾਂ ਦੇ ਉੱਪਰ ਸਹਿਮਤੀ ਬਣ ਵੀ ਗਈ ਤੇ ਉਹਨਾਂ ਦੇ ਉੱਪਰ ਕੰਮ ਹੈ ਜਿਹੜਾ ਹੋ ਚੁੱਕਿਆ ਜਾਂ ਉਹਨਾਂ ਦੇ ਉੱਪਰ ਕੰਮ ਸ਼ੁਰੂ ਹੋ ਚੁੱਕਿਆ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਜੇ ਗੱਲਬਾਤ ਕਰਕੇ ਵੀ ਧਰਨੇ ਲਾਉਣੇ ਨੇ ਤੇ ਫਿਰ ਉਹਦਾ ਫਾਇਦਾ ਕੀ ਹੈ ਧਰਨਿਆਂ ਨਾਲ ਤਾਂ ਮਸਲਾ ਹੱਲ ਨਹੀਂ ਹੋਣਾ ਹੈਗਾ ਧਰਨਿਆਂ ਨਾਲ ਸਿਰਫ ਔਰ ਸਿਰਫ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਤੁਸੀਂ ਜਿੰਨੇ ਮਸਲੇ ਨੇ ਪਹਿਲਾਂ ਮੁੱਖ ਮੰਤਰੀ ਨੂੰ ਤਾਂ ਛੱਡੋ ਮੰਤਰੀ ਨੂੰ ਮਿਲਣ ਦੇ ਲਈ ਕਿਸਾਨ ਵੀਰਾਂ ਦੀ ਜਾਂ ਮੁਲਾਜ਼ਮ ਜਥੇਬੰਦੀਆਂ ਦੀ ਉਹਨਾਂ ਨੂੰ ਵਿਚਾਰਿਆਂ ਨੂੰ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਸੀਗਾ ਇੱਥੇ ਇੱਕ ਕਾਲ ਦਿੰਦੇ ਨੇ ਤੇ ਨਾਲ ਦੀ ਨਾਲ ਮੁੱਖ ਮੰਤਰੀ ਤੋਂ ਸਮਾਂ ਮਿਲ ਜਾਂਦਾ ਡਿਸਕਸ਼ਨ ਸ਼ੁਰੂ ਹੋ ਜਾਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਮੇਰੇ ਨਾਲ ਸਾਰੇ ਕਿਸਾਨ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪੰਜਾਬ ਨੂੰ ਮੁੜ ਦੁਆਰਾ ਰੰਗਲਾ ਪੰਜਾਬ ਬਣਾਉਣ ਦੀ ਜ਼ਿੰਮੇਵਾਰੀ ਇਕੱਲੇ ਭਗਵੰਤ ਮਾਨ ਜੀ ਦੀ ਨਹੀਂ ਹੈਗੀ ਜਾਂ ਅਮਨ ਅਰੋੜਾ ਜਾਂ ਪੰਜਾਬ ਸਰਕਾਰ ਦੀ ਨਹੀਂ ਆਮ ਆਦਮੀ ਪਾਰਟੀ ਦੀ ਨਹੀਂ ਹੈਗੀ ਆਪਣੀ ਸਾਰਿਆਂ ਦੀ ਹੈ ਔਰ ਸਭ ਤੋਂ ਵੱਡਾ ਉਸ 'ਚ ਕੰਟਰੀਬਿਊਟ ਜੇ ਕੋਈ ਕਰ ਸਕਦਾ ਤਾਂ ਉਹ ਜਿਹੜੇ ਕਿਸਾਨ ਸਾਥੀ ਨੇ ਉਹ ਕਰ ਸਕਦੇ ਨੇ ਸੋ ਇਸ ਕਰਕੇ ਕੋਈ ਆਪਦੀ ਮਰਜ਼ੀ ਦੇ ਨਾਲ ਧਰਨੇ ਲਾ ਰਿਹਾ ਔਰ ਨੌਨ ਇਸ਼ੂਜ਼ ਦੇ ਉੱਪਰ ਲਾ ਰਿਹਾ ਤਾਂ ਉਹਦਾ ਤਾਂ ਦੇਖੋ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਸਿਰਫ ਔਰ ਸਿਰਫ ਉਹਨਾਂ ਨਾਲ ਡਾਇਲੌਗ ਕਰ ਸਕਦੇ ਹਾਂ ਜਿਹੜੇ ਉਹਨਾਂ ਦੇ ਮੁੱਦੇ ਮਸਲੇ ਹੱਲ ਹੋਣ ਵਾਲੇ ਹੈਗੇ ਉਹਨਾਂ ਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਸਕਦੇ ਹਾਂ ਪਰ ਸਿਰਫ ਪ੍ਰੋਟੈਸਟ ਕਰਨ ਦੇ ਲਈ ਪ੍ਰੋਟੈਸਟ ਹੈ ਜਿਹੜਾ ਉਹ ਪੰਜਾਬ ਦੇ ਮੇਰੇ ਕਿਸਾਨ ਵੀਰ ਜਾਂ ਬਾਕੀ ਸਾਥੀ ਨੂੰ ਨਾ ਕਰਨ ਇੰਡਸਟਰੀ ਦੇ ਵਪਾਰ ਦੇ ਵਿੱਚ ਪ੍ਰਧਾਨ ਆਪਣੇ ਬੈਂਕ ਦੇ ਜਦੋਂ ਆਮ ਆਦਮੀ ਪਾਰਟੀ ਮਿਨਿਸਟਰੀ ਤੋਂ ਪਹਿਲਾਂ ਤੇ ਅੱਜ ਸ਼ਾਮ ਸੁੰਦਰ ਅਰੋੜਾ ਨੂੰ ਮਤਲਬ ਜਿਹੜਾ ਰਾਤ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਵੱਡੀ ਜਿਹੜੀ ਗੱਲ ਕੀਤੀ ਗਈ ਸੀ ਵੱਡਾ ਰਿਸ਼ਵਤ ਦੇ ਕੋਈ ਗੁਣੀਆਂ ਜਾਂ ਇੰਡਸਟਰੀ ਦੇ ਅੰਦਰ ਪਲਾਟਾਂ ਤੇ ਕਬਜ਼ਾ ਕੀਤਾ ਗਿਆ ਉਹ ਜਿਹੜੀ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਚਲੇ ਗਈ ਸੀ ਦੇਖੋ ਇਸ ਤਰ੍ਹਾਂ ਹੈ ਕਿ ਜੇ ਕੁਝ ਕੀਤਾ ਹੀ ਨਹੀਂ ਸੀਗਾ ਫਿਰ ਕਰੋੜ ਰੁਪਏ ਦੇਣ ਕਾਹਨੂੰ ਗਏ ਮੌਕੇ ਤੇ ਫੜੇ ਗਏ 50 ਲੱਖ ਰੁਪਏ ਕੋਲੋਂ ਰਿਕਵਰ ਹੋ ਗਿਆ ਇਸ ਤੋਂ ਵੱਡਾ ਸਬੂਤ ਹੋਰ ਕੀ ਚਾਹੀਦਾ ਜੀ ਆਹ ਵੀ ਪਹਿਲੀ ਵਾਰੀ ਹੋ ਰਿਹਾ ਹੈ ਕਿ ਕੋਈ ਮੰਤਰੀ ਵਿਜੀਲੈਂਸ ਵਾਲਿਆਂ ਨੂੰ ਪੈਸੇ ਦੇਣ ਗਿਆ ਹੋਵੇ ਤੇ ਮੌਕੇ ਤੇ ਫੜਿਆ ਗਿਆ ਹੋਵੇ ਇਹ ਵੀ ਪਹਿਲੇ 70 ਸਾਲਾਂ 'ਚ ਪਹਿਲੀ ਵਾਰੀ ਹੋ ਰਿਹਾ ਹੈ ਸੋ ਇਸ ਕਰਕੇ ਇੱਕ ਚੰਗੇ ਪਾਸੇ ਨੂੰ ਮੋੜ ਹੈ ਜਿਹੜਾ ਪੰਜਾਬ ਦੇ ਵਿੱਚ ਉਹ ਪੈ ਚੁੱਕਿਆ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਡੀ ਨੀਅਤ ਸਾਡੀ ਇੰਟੈਂਸ਼ਨ ਸਾਡੀ ਮਨਸ਼ਾ ਸਾਡੀ ਸੋਚ ਉਹ ਬੜੀ ਸਾਫ਼ ਹੈ ਬੜੀ ਸਪਸ਼ਟ ਹੈ ਔਰ ਇੱਕੋ ਹੀ ਹੈ ਕਿ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਕਰਨ ਲੱਗ ਹੌਲੀ ਇਕੱਲੇ 7 ਮਹੀਨੇ ਦੇ ਵਿੱਚ ਜਿਹੜੇ ਪਿਛਲੀ ਸਰਕਾਰ ਦੇ ਮੰਤਰੀਆਂ ਦਾ ਕਾਰਜਕਾਲ ਰਿਹਾ ਸੀ
ਉਸ ਨੂੰ ਲੈ ਕੇ ਇਨਵੈਸਟੀਗੇਸ਼ਨਾਂ ਦਾ ਸਿਲਸਿਲਾ ਵੀ ਸ਼ੁਰੂ ਹੋਇਆ ਸੀ। ਟਰਾਂਸਪੋਰਟ ਡਿਪਾਰਟਮੈਂਟ ਦੀ ਗੱਲ ਕਰੀਏ, ਸਿੰਚਾਈ ਘੁਟਾਲੇ ਦੀ ਗੱਲ ਕਰੀਏ, ਆਹ ਜਿਹੜੀਆਂ ਜਾਂਚਾਂ ਨੇ ਇਹ ਕਿੱਥੇ ਤੱਕ ਪਹੁੰਚੇ ਨੇ? ਕਿਉਂਕਿ ਇੱਕ ਮੰਤਰੀ ਜਿਹੜਾ ਪਹਿਲੇ ਵਿਜੀਲੈਂਸ ਦੇ ਰਡਾਰ ਸੀ, ਉਹ ਦੇਖੋ ਇਸ ਤਰ੍ਹਾਂ ਕਿ ਅਸੀਂ ਵਿੰਡਿਕਟਿਵ ਹੋ ਕੇ ਕੰਮ ਨਹੀਂ ਕਰਦੇ, ਅਸੀਂ ਸਿਆਸੀ ਬਦਲਾਖੋਰੀ ਦੇ ਤਹਿਤ ਕੰਮ ਨਹੀਂ ਕਰਦੇ ਹੈਗੇ। ਅਸੀਂ ਜਿਹੜੀ ਲੁੱਟ ਖਸੁੱਟ ਪੰਜਾਬ ਦੀ ਹੋਈ ਹੈ ਉਹਦੇ ਜਦੋਂ ਫੈਕਟਸ ਐਂਡ ਫਿਗਰਸ, ਉਹਦੇ ਤੱਥ ਜਦੋਂ ਸਰਕਾਰ ਦੇ ਸਾਹਮਣੇ ਆਉਂਦੇ ਨੇ ਤਾਂ ਉਹਦੀ ਇਨਕੁਆਇਰੀ ਮਾਰਕ ਹੁੰਦੀ ਹੈ, ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ। ਜਦੋਂ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਐਸਟੈਬਲਿਸ਼ ਹੋ ਜਾਂਦਾ ਹੈ ਕਿ ਇਹ ਪੰਜਾਬ ਦੀ ਲੁੱਟ ਖਸੁੱਟ ਹੋਈ ਹੈ ਤੇ ਫਿਰ ਵਿਜੀਲੈਂਸ ਦਾ ਕੰਮ ਸ਼ੁਰੂ ਹੁੰਦਾ ਹੈ ਤੇ ਫਿਰ ਉਹਦੇ ਉੱਪਰ ਲੀਗਲ ਪ੍ਰੋਸੈਸ ਹੈ ਜਿਹੜਾ ਇੱਥੇ ਲਾਅ ਆਫ ਲੈਂਡ ਹੈ ਜਿਹੜਾ ਉਹ ਪ੍ਰਵੇਲ ਕਰਦਾ ਜੀ। ਹੁਣ ਤੁਸੀਂ 7 ਮਹੀਨਿਆਂ ਦੇ ਵਿੱਚ ਇਹ ਨਹੀਂ ਸੁਣਿਆ ਹੈਗਾ ਕਿ ਕੋਈ ਬਦਲਾਖੋਰੀ ਦੇ ਤਹਿਤ ਕੋਈ ਪੂਰੇ ਪੰਜਾਬ ਦੇ ਵਿੱਚ ਕਿਤੇ ਇੱਕ FIR ਵੀ ਹੋਈ ਹੋਵੇ ਨਾ। ਹਾਂ, ਜਿਹੜੇ ਪੰਜਾਬ ਨੂੰ ਲੁੱਟਿਆ ਉਹ ਨਹੀਂ ਬਖਸ਼ਿਆ ਜਾਊਗਾ। ਸੋ ਇਸ ਕਰਕੇ ਇਹ ਪ੍ਰੋਸੈਸ ਉਹ ਯਾਰ ਇੱਕ ਸੈਕਿੰਡ ਕੱਲਾ ਸਰਾਰੀ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ, ਇਹ तमाम ਲੋਕ ਨੇ ਉਹਦੇ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਉਹਦੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਇਹਦੀ ਇੰਟਰਨਲ ਇਨਵੈਸਟੀਗੇਸ਼ਨ ਜਿਹੜੀ ਇਨਕੁਆਇਰੀ ਹੈ ਉਹ ਚੱਲ ਰਹੀ ਹੈ ਤੇ ਜਦੋਂ ਹੀ ਉਹਦੀ ਕੋਈ, ਹੁਣ ਮੈਂ ਉਸ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਕਿ ਤੁਹਾਨੂੰ ਮੈਂ ਟਾਈਮ ਬਾਉਂਡ ਕਰਕੇ ਦੱਸ ਸਕਾਂ, ਜਦੋਂ ਹੀ ਉਹਦੇ ਕੁਝ ਕੰਕਰੀਟ ਤੱਥ ਸਾਹਮਣੇ ਆਉਂਦੇ ਨੇ ਉਹ ਤੁਹਾਡੇ ਸਾਹਮਣੇ ਆ ਜਾਣਗੇ। ਪੁਰਾਣੀਆਂ ਸਰਕਾਰਾਂ ਵੱਲੋਂ ਦਿੱਤੀਆਂ ਹੋਈਆਂ ਨੌਕਰੀਆਂ ਸਿਰਫ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਨਵੀਂ ਕੋਈ ਨੌਕਰੀ ਤੇ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਜਾਵੇ। ਸੀਐਮ ਲੀਡਰ ਇਸ ਚੀਜ਼ ਨੂੰ ਪੂਰੇ ਤੌਰ ਤੇ ਚੈਲੰਜ ਕਰਦੇ। ਉਹਨਾਂ ਨੂੰ ਕਹੋ ਮੇਰੇ ਸਾਹਮਣੇ ਬੈਠਣ, ਆਮਣੇ ਸਾਹਮਣੇ ਡਿਬੇਟ ਕਰਾਂਗੇ, ਪਤਾ ਲੱਗ ਜੂਗਾ। ਮੈਂ ਲਿਸਟ ਪ੍ਰੋਪਰ ਲੈ ਕੇ ਆਇਆ, ਜਿਹੜੀਆਂ 18,657 ਦੀ ਆਪਾਂ ਗੱਲ ਕੀਤੀ ਹੈ ਉਹਦੀ ਲਿਸਟ ਮੇਰੇ ਕੋਲ ਬਕਾਇਦਾ ਹੈਗੀ ਇਕੱਲੇ ਡਿਪਾਰਟਮੈਂਟ ਦੀ। ਸੋ ਇਸ ਕਰਕੇ ਸਾਨੂੰ ਉਹਨਾਂ ਵਾਂਗੂ ਹਵਾਈ ਗੱਲਾਂ ਕਰਨ ਦੀ ਆਦਤ ਨਹੀਂ ਹੈਗੀ, ਅਸੀਂ ਫੈਕਟ ਦੇ ਉੱਪਰ ਗੱਲ ਕਰਦੇ ਹਾਂ। ਦੇਖੋ ਇਸ ਤਰ੍ਹਾਂ ਕਿ ਪੂਰੇ ਮੁਲਕ ਦੇ ਵਿੱਚ ਅੱਜ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀਆਂ ਚੰਗੀਆਂ ਨੀਤੀਆਂ ਦੀ ਗੁੱਡ ਗਵਰਨੈਂਸ ਦਾ ਡੰਕਾ ਵੱਜ ਰਿਹਾ ਹੈ, ਜਿਸ ਤਰੀਕੇ ਦੇ ਨਾਲ ਗੁਜਰਾਤ ਦੇ ਵਿੱਚ ਭਾਜੜਾਂ ਬੀਜੇਪੀ ਨੂੰ ਪਈਆਂ ਹੋਈਆਂ ਨੇ, ਉਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਇਹਨਾਂ ਝੂਠੇ ਕੇਸਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਇਹਨਾਂ ਦੇ ਲੀਡਰਾਂ ਨੂੰ ਉਲਝਾ ਕੇ ਰੱਖੋ। ਇਹ ਕੰਮ ਪਹਿਲਾਂ ਸਤਿੰਦਰ ਜੈਨ ਜੀ ਨਾਲ ਕਰ ਚੁੱਕੇ, ਹੁਣ ਮਨੀਸ਼ ਜੀ ਨੂੰ ਸਮਨ ਕਰੀ ਜਾਂਦੇ ਨੇ। ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ ਇਹ ਹੋਰ ਵਧਣਗੇ, ਪਰ ਡਰ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੇ ਕੋਈ ਗਲਤ ਕੰਮ ਕੀਤਾ ਹੋਵੇ, ਜਿਨ੍ਹਾਂ ਨੇ ਲੁੱਟ ਖਸੁੱਟ ਕੀਤੀ ਹੋਵੇ। ਨਾ ਕੋਈ ਗਲਤ ਕੰਮ ਕੀਤਾ, ਨਾ ਕੋਈ ਡਰ ਹੈ। ਦੇਖੋ ਇਸ ਤਰ੍ਹਾਂ ਕਿ ਹੁਣ ਇਹ ਦੋ ਧਾਰੀ ਤਲਵਾਰ ਹੈ ਜੀ। ਅਸੀਂ ਸਰਕਾਰ ਕਿਸਾਨ ਵੀਰਾਂ ਨੂੰ, ਨੋ ਡਾਊਟ, ਮੈਂ ਨਹੀਂ ਕਹਿੰਦਾ ਹੈਗਾ ਵੀ ਕਿਸਾਨ ਕੋਈ ਖੁਸ਼ੀ ਨਾਲ ਲਾਉਂਦੇ ਨੇ, ਕਿਸਾਨ ਭਰਾ ਨੇ ਜਿਹੜੇ ਉਹ ਵੀ ਮਜਬੂਰੀ ਦੇ ਵਿੱਚ ਅੱਗ ਲਾਉਂਦੇ ਨੇ ਕਿਉਂਕਿ ਸਮਾਂ ਥੋੜਾ ਹੁੰਦਾ ਪਰਾਲੀ ਨੂੰ। ਹੁਣ ਸਵਾਲ ਇਹਦੇ 'ਚ ਇਹ ਹੈ ਵੀ ਸਰਕਾਰ, ਇਹ ਸਾਡੀ 7 ਮਹੀਨੇ ਸਰਕਾਰ ਬਣੀ ਹੋਏ ਨੇ, ਅਸੀਂ ਲੋਕਾਂ ਨੂੰ, ਕਿਸਾਨਾਂ ਨੂੰ ਅਵੇਅਰ ਕਰਨ ਦਾ ਕੰਮ ਕਰ ਸਕਦੇ ਹਾਂ, ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਸਬਸਿਡਾਈਜ਼ਡ ਮਸ਼ੀਨਰੀ ਦੇਣ ਦਾ ਕੰਮ ਹੈ ਜਿਹੜਾ ਉਹ ਕਰ ਸਕਦੇ ਹਾਂ, ਉਹ ਕਰ ਰਹੇ ਹਾਂ। ਅਸੀਂ ਵੱਡੇ ਜਿਹੜੇ ਪਲਾਂਟ ਨੇ, ਜਿਵੇਂ ਅੱਜ ਤੋਂ 2 ਦਿਨ ਬਾਅਦ 18 ਤਰੀਕ ਨੂੰ ਵਰਬੀਓ ਦਾ ਇੱਕ ਬਹੁਤ ਵੱਡਾ ਪਲਾਂਟ ਹੈ ਜਿਹੜੇ ਬਹੁਤ ਸਾਰੇ ਪਿੰਡਾਂ ਦੀ ਪਰਾਲੀ ਨੂੰ ਸਾਂਭ ਲੂਗਾ, ਉਹਨਾਂ ਨੂੰ ਪ੍ਰਮੋਟ ਕਰਨ ਦਾ ਕੰਮ ਕਰ ਰਿਹਾ ਸਾਡਾ ਪੇੜਾ ਡਿਪਾਰਟਮੈਂਟ, ਉਹ ਅਸੀਂ ਕਰ ਰਹੇ ਹਾਂ। ਹੁਣ ਇਹਦੇ ਵਿੱਚ ਜੇ ਤਾਂ ਕੋਈ ਕਾਰਵਾਈ ਹੁੰਦੀ ਹੈ ਤਾਂ ਵੀ ਕੁਐਸਚਨੇਬਲ ਹੈ, ਜੇ ਕਾਰਵਾਈ ਨਹੀਂ ਹੁੰਦੀ ਹੈਗੀ ਤਾਂ ਵੀ ਕੁਐਸਚਨੇਬਲ। ਸੋ ਇਸ ਕਰਕੇ ਇਹ ਤਾਂ ਸਿਰਫ ਔਰ ਸਿਰਫ ਪਿਆਰ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਗੁਰੂ ਸਾਹਿਬ ਦੇ ਉਹਨਾਂ ਵਾਕਾਂ ਦੇ ਉੱਪਰ ਚੱਲਦੇ ਹੋਏ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਆਪਾਂ এনवायरमेंट ਸੰਭਾਲ ਲਈਏ ਤਾਂ ਹੀ ਕੰਮ ਹੈ ਜਿਹੜਾ ਚੱਲੇਗਾ। ਲੈ ਕੇ ਸੀਐਮ ਖੱਟਰ ਦਾ ਬਿਆਨ ਆਉਂਦਾ, ਕਹਿੰਦੇ ਕਿ ਮਾਨ ਹੈ ਜੋ ਮਾਨਤਾ ਹੀ ਨਹੀਂ ਹੈ, ਉਹਨੂੰ ਫਿਰ ਕਿੱਦਾਂ ਦੇਵੇ? ਕਿਉਂਕਿ ਸੀਐਮ ਮਾਨ ਜੀ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਜਦ ਤੱਕ ਪੰਜਾਬ ਦੀ ਪਾਣੀ ਦੀ ਜਿਹੜੀ ਵੈਲਿਊ ਪੂਰੀ ਨਹੀਂ ਹੁੰਦੀ ਤਾਂ ਆਪਾਂ ਕਿੱਦਾਂ ਅੱਗੇ ਦੇ ਦਈਏ। ਮੀਟਰਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਪਾਣੀ ਨਾਪ ਕੇ ਦਿੱਤਾ ਜਾਵੇ। ਉਹਦੇ ਵਿੱਚ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜਿਹੜਾ ਪਾਣੀ ਹੁਣ ਤੱਕ ਪੰਜਾਬ ਵੱਲੋਂ ਹਰਿਆਣਾ ਨੂੰ ਜਾ ਚੁੱਕਾ, ਕਿ ਉਸ ਦੀ ਵੀ ਕੋਈ ਜਾਂਚ ਕੀਤੀ ਜਾ ਰਹੀ ਹੈ, ਕਿੰਨਾ ਪਾਣੀ ਜਾ ਚੁੱਕਾ ਤੇ ਉਸ ਦਾ ਕੋਈ ਰੈਵਨਿਊ ਵੀ ਲੈਣ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਲੰਬੇ ਸਮੇਂ ਤੋਂ ਪਾਣੀ ਦਾ ਹਰਿਆਣਾ ਨੂੰ ਜਾ ਹੀ ਰਿਹਾ ਹੈ। ਦੇਖੋ ਇਸ ਤਰ੍ਹਾਂ ਹੈ ਕਿ ਇਸ ਇਸ਼ੂ ਦੇ ਉੱਪਰ, SYL ਦੇ ਉੱਪਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨੇ, ਅਕਾਲੀ ਦਲ ਨੇ, ਬੀਜੇਪੀ ਨੇ ਸਿਰਫ ਰਾਜਨੀਤੀ ਕੀਤੀ ਹੈ। ਸਾਡਾ ਸਟੈਂਡ ਹੈ ਜਿਹੜਾ ਉਹ ਫਰੋਮ ਡੇ 1 ਬੜਾ ਕਲੀਅਰ ਰਿਹਾ ਕਿ ਪੰਜਾਬ ਕੋਲ ਇੱਕ ਵੀ ਬੂੰਦ ਹੈ ਜਿਹੜੀ ਉਹ ਪਾਣੀ ਦੀ ਨਾ ਕਦੇ ਸਪੇਅਰ ਸੀਗੀ, ਨਾ ਹੈ ਤੇ ਨਾ ਹੀ ਅਸੀਂ ਦੇਵਾਂਗੇ।
ਰਾਈਪੇਰੀਅਨ ਲਾਜ਼ ਨੂੰ ਜਦੋਂ ਇੰਟਰਨੈਸ਼ਨਲੀ ਤੁਸੀਂ ਐਗਜ਼ਾਮਿਨ ਕਰਦੇ ਹੋ ਤੇ ਇਹਨਾਂ ਪਾਣੀਆਂ ਦੇ ਉੱਪਰ ਸਿਰਫ ਔਰ ਸਿਰਫ ਪੰਜਾਬ ਦਾ ਹੱਕ ਹੈ ਜਿਹੜਾ ਉਹ ਬਣਦਾ ਹੈ। ਇਹ ਚੀਜ਼ ਅਸੀਂ ਵੀ ਸਰਕਾਰ ਵੀ ਪਾਰਟੀ ਵੀ ਔਰ ਭਗਵੰਤ ਮਾਨ ਜੀ ਬੜਾ ਕਲੀਅਰ ਜਿਹੜਾ ਕਰ ਚੁੱਕੇ ਨੇ। ਜਿਹੜਾ खट्टर साहब ने कहा है कि मान है कि मानता नहीं, इसी करके तो पंजाब के लोगों को भगवंत मान के ऊपर मान है। हर तरह की खबर सब तो पहला वेखण लई सबसक्राइब करो चैनल काशी टीवी। हर अपडेट का संकेत मिलता रहे, दबाओ बैल आइकन अते लाइक करो फेसबुक पेज काशी टीवी।